ਫਰੀਦਕੋਟ ਦਾ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਭਾਗ 9। ਅੱਜ ਆਪਾਂ ਇਸ ਭਾਗ ਦੇ ਵਿੱਚ ਤੁਹਾਨੂੰ ਜਾਣਕਾਰੀ ਦਿਆਂਗੇ ਬਲਜਿੰਦਰਾ ਕਾਲਜ ਦੇ ਸ਼ੁਰੂ ਕਰਨ ਬਾਰੇ ਕੁਝ ਰੌਚਕ ਤੱਥ ਜਿਨ੍ਹਾਂ ਦੇ ਆਧਾਰ ਤੇ ਬਲਜਿੰਦਰਾ ਕਾਲਜ ਸ਼ੁਰੂ ਕੀਤਾ ਗਿਆ ਸੀਗਾ। ਗੱਲ ਕਰਦੇ ਹਾਂ ਜੀ ਦਸੰਬਰ 2004 ਵਿੱਚ ਬਲਜਿੰਦਰਾ ਕਾਲਜ ਦਾ ਮੌਜੂਦਾ ਦਫ਼ਤਰ ਵਿੱਚ ਪਏ ਪੁਰਾਤਨ ਰਿਕਾਰਡ ਦੀ ਸਾਫ਼ ਸਫਾਈ ਅਤੇ ਫਾਲਤੂ ਕਾਗਜ਼ਾਤ ਦੀ ਛਾਂਟੀ ਕਰਨ ਸਮੇਂ ਇੱਕ ਫਾਈਲ ਮਿਲੀ ਜਿਸ ਵਿੱਚ ਕਾਗਜ਼ਾਤ ਤੋਂ 1942 ਵਿੱਚ ਬਲਜਿੰਦਰਾ ਕਾਲਜ ਹੋਂਦ ਵਿੱਚ ਆਉਣ ਦਾ ਜ਼ਿਕਰ ਅਤੇ 1953 ਦੇ ਸਮੇਂ ਕੁਝ ਹੋਰ ਰਿਕਾਰਡ ਵੀ ਪ੍ਰਾਪਤ ਹੋਏ ਹਨ। ਹੁਣ ਇਹ ਜਿਹੜੀ ਫਾਈਲ ਆ ਉਹ ਲਾਇਬ੍ਰੇਰੀ ਦੇ ਵਿੱਚ ਸੁਰੱਖਿਅਤ ਰੱਖੀ ਹੋਈ ਹੈ। ਕਾਗਜ਼ਾਤ ਦੀ ਜਿਹੜੀ ਭਾਸ਼ਾ ਹੈ ਉਹ ਅੰਗਰੇਜ਼ੀ ਵਿੱਚ ਹਨ ਅਤੇ ਬਾਕੀ ਕੁਝ ਉਰਦੂ ਵਿੱਚ ਹਨ। ਸਿਰਫ 1948 ਦਾ ਇੱਕ ਕਾਗਜ਼ ਗੁਰਮੁਖੀ ਵਿੱਚ ਲਿਖਿਆ ਹੋਇਆ ਮਿਲਦਾ ਹੈ। ਅੰਗਰੇਜ਼ੀ ਜ਼ਿਆਦਾਤਰ ਟਾਈਪ ਕੀਤੀ ਹੋਈ ਹੈ, ਬਾਕੀ ਸਾਰੇ ਹੱਥ ਲਿਖਤ ਹਨ। ਉਰਦੂ ਦੀ ਲਿਖਾਈ ਦੇ ਕਈ ਸਕ੍ਰਿਪਟ ਵੀ ਮਿਲਦੇ ਹਨ, ਪਰ ਆਮ ਤੌਰ ਤੇ ਸ਼ਿਕਸ਼ਤ ਲੇਖ ਰਨਿੰਗ ਹੈਂਡ ਹੈ ਅਤੇ ਹਰ ਕਾਗਜ਼ ਦਾ ਹੇਠਲਾ ਅਮਲਾ ਨੋਟ ਉਰਦੂ ਵਿੱਚ ਦਿੱਤਾ ਹੋਇਆ ਹੈ ਅਤੇ ਅਫਸਰਨ ਦੇ ਹਸਤਾਖਰ ਵੀ ਅੰਗਰੇਜ਼ੀ ਵਿੱਚ ਕੀਤੇ ਹੋਏ ਹਨ। ਇਕਲੌਤੇ ਪੱਤਰ ਵਿੱਚ ਇਹ ਵੀ ਪੰਜਾਬੀ ਦਾ ਨਮੂਨਾ ਹੈ। ਸ਼੍ਰੀਮਾਨ ਜੀ ਇਹ ਮਨਜ਼ੂਰੀ ਇਜਾਕੀ ਤਨਖਾਹ ਕੁਝ ਬਲਜਿੰਦਰਾ ਕਾਲਜ ਵਿੱਚ ਤਈਆ ਸਰਾ ਵਰਕ ਨਾ ਲੈ ਕੇ ਅੱਗੇ ਆਇਆ ਸੀ ਜੋ ਕਿ ਉਤਾਰ ਲਿਆ ਅਤੇ ਤਾਤੇ ਬੇਨਤੀ ਹੈ ਸ਼ਾਮਲ ਪਰਸਨਲ ਫਾਈਲਾਂ ਹੋਣ ਦੀ ਵੀ ਆਗਿਆ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਕੁਛ ਜਿਹੜੀ ਭਾਸ਼ਾ ਹੈ ਉਹ ਉਰਦੂ ਦੇ ਵਿੱਚ ਇਹਨਾਂ ਕਾਗਜ਼ਾਤ ਫਾਈਲਾਂ ਦੇ ਵਿੱਚ ਮਿਲੀ ਹੈ। ਗੱਲ ਕਰਦੇ ਹਾਂ ਜੀ ਅੱਗੇ ਫਰੀਦਕੋਟ ਰਿਆਸਤ ਦਾ ਲਗਭਗ ਸਾਰਾ ਕੰਮ ਬਿਕਰਮੀ ਸਮਤ ਦੇ ਅਨੁਸਾਰ ਹੁੰਦਾ ਸੀਗਾ। ਨਿਯੁਕਤੀਆਂ ਇਸ ਦੇ ਆਧਾਰ ਤੇ ਕੀਤੀਆਂ ਜਾਂਦੀਆਂ ਸੀ, ਤਨਖਾਹਾਂ ਵੀ ਇਸ ਦੇ ਆਧਾਰ ਤੇ ਹੀ ਦਿੱਤੀਆਂ ਜਾਂਦੀਆਂ ਸਨ। ਸਰਕਾਰੀ ਹੁਕਮਾਂ ਦੀ ਬਿਲਕੁਲ ਇਸ ਉੱਪਰ ਈਸਵੀ ਤੇ ਸਨ ਦਿੱਤਾ ਜਾਂਦਾ ਸੀ। ਜਿਸ ਤਰ੍ਹਾਂ 18 ਜੁਲਾਈ 1942 ਨੂੰ ਤਤਕਾਲੀਨ ਪ੍ਰਿੰਸੀਪਲ ਮੋਹਨ ਲਾਲ ਨੇ ਹੋਮ ਸੈਕਟਰੀ ਨੂੰ ਲਿਖਿਆ ਕਿ ਇਸ ਸਾਲ ਕਾਲਜ ਦੇ ਪ੍ਰੋਸਪੈਕਟ ਵਿੱਚ ਦਰਜ ਅਨੁਸਾਰ ਵਿਦਿਆਰਥੀਆਂ ਤੋਂ ਮਈ ਤੋਂ ਅਪ੍ਰੈਲ ਯਾਨੀ ਕਿ 12 ਮਹੀਨਿਆਂ ਦੀ ਫੀਸ ਲੈਣੀ ਹੈ, ਕਿਉਂਕਿ ਪੰਜਾਬ ਯੂਨੀਵਰਸਿਟੀ ਅਤੇ ਹੋਰ ਕਾਲਜ ਆਪਣੇ ਹਿਸਾਬ ਕਿਤਾਬ ਈਸਵੀ ਸਮਤ ਅਨੁਸਾਰ ਕਰਦੇ ਸਨ। ਮੁਸ਼ਕਲ ਇਹ ਆਉਂਦੀ ਸੀ ਕਿ ਕਾਲਜ ਤੋਂ ਬਾਹਰ ਜਾਣ ਵਾਲੇ ਵਿਦਿਆਰਥੀ ਅਤੇ ਬਾਹਰੋਂ ਕਾਲਜ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ 1 ਮਹੀਨੇ ਦੀ ਫੀਸ ਵੱਧ ਭਰਨੀ ਪੈਂਦੀ ਸੀ। ਯੂਨੀਵਰਸਿਟੀ ਦੇ ਸਾਰੇ ਖਰਚੇ ਵੀ ਅੰਗਰੇਜ਼ੀ ਕੈਲੰਡਰ ਮੁਤਾਬਕ ਹੀ ਭਰਨੇ ਪੈਂਦੇ ਸਨ। ਇਹ ਸਲਾਹ ਮੰਨ ਲਈ ਗਈ, ਪਰ ਬਾਕੀ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਬਿਕਰਮੀ ਕੈਲੰਡਰ ਮੁਤਾਬਕ ਹੀ ਚੱਲਦਾ ਰਿਹਾ, ਜਿਸ ਕਾਰਨ ਇਸ ਤਰ੍ਹਾਂ ਦਾ ਹੁਕਮ ਮਿਲਦੇ ਹਨ ਕਿ 1 ਹਾੜ 2001 ਤੋਂ ਫਾਰਸੀ ਦੇ ਲੈਕਚਰਰ ਨੂੰ 100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਜਾਂ 1 ਵਿਸਾਖ 2003 ਤੋਂ ਫਲਾਫਲ ਪੋਸਟ ਦੀ ਮਨਜ਼ੂਰੀ ਦਿੱਤੀ ਗਈ। ਇੱਕ ਹੁਕਮ ਵਿੱਚ ਇਹ ਦੋਹਾਂ ਤਰੀਕਾਂ ਰਲਗੱਡ ਹਨ। ਜਿਵੇਂ ਕਾਗਜ਼ 39 ਵਿੱਚ ਲਿਖਿਆ ਜਾਂਦਾ ਅਤੇ ਲੈਕਚਰਰ ਜਿਹੜਾ ਕੈਮਿਸਟਰੀ ਦਾ 1 ਸਤੰਬਰ 14 ਫੱਗਣ ਸਮਤ 2001 ਦੇ ਅੰਤ ਤੀਕ ਦੀ ਤਨਖਾਹ ਹੈ। ਸਾਰਾ ਕੰਮ ਯੋਗ ਪ੍ਰਣਾਲੀ ਰਾਹੀਂ ਕੀਤਾ ਜਾਂਦਾ ਸੀ। ਇਸ ਫਾਈਲ ਦੇ ਕਾਗਜ਼ ਤੋਂ ਪਤਾ ਲੱਗਦਾ ਹੈ ਕਿ ਹਰੇਕ ਬੇਨਤੀ ਰਾਜਾ ਕੋਲ ਯੋਗ ਪ੍ਰਣਾਲੀ ਰਾਹੀਂ ਪੇਸ਼ ਕੀਤੀ ਜਾਂਦੀ ਸੀ। ਪ੍ਰਿੰਸੀਪਲ ਵੱਲੋਂ ਲਿਖੀ ਜਿਹੜੀ ਚਿੱਠੀ ਸੀ ਉਹ ਪਹਿਲਾਂ ਹੋਮ ਸੈਕਟਰੀ ਕੋਲ ਜਾਂਦੀ ਸੀ। ਇਸ ਨੂੰ ਚੀਫ ਸੈਕਟਰੀ ਵੱਲੋਂ ਭੇਜਿਆ ਜਾਂਦਾ ਸੀ। ਚੀਫ ਸੈਕਟਰੀ ਇਸ ਨੂੰ ਅਰਜੀ ਇਜਲਾਸ ਖਾਸ ਵਿੱਚ ਪੇਸ਼ ਕਰਦਾ ਸੀ, ਜਿੱਥੇ ਇਸ ਨੂੰ ਰਾਜਾ ਮਨਜ਼ੂਰ ਕਰਦਾ ਸੀ। ਇਸੇ ਚੈਨਲ ਰਾਹੀਂ ਹੁਕਮ ਹੋਮ ਸੈਕਟਰੀ ਕੋਲ ਆਉਂਦਾ ਸੀ, ਜੋ ਇਸ ਨੂੰ ਅਕਾਊਂਟੈਂਟ ਜਨਰਲ ਕੋਲ ਭੇਜਦਾ ਸੀ। ਉੱਥੋਂ ਇਹ ਚਿੱਠੀ ਦਰਜ ਹੋ ਕੇ ਹੋਮ ਸੈਕਟਰੀ ਰਾਹੀਂ ਪ੍ਰਿੰਸੀਪਲ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਜਿਹੜੀ ਇਹ ਲੜੀਵਾਰ ਰਾਜੇ ਦਾ ਹੁਕਮ ਦੀ ਪਾਲਣਾ ਕੀਤੀ ਜਾਂਦੀ ਸੀ। ਇਹਨਾਂ ਕਾਗਜ਼ਾਤਾਂ ਤੋਂ ਮਿਲਦੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਮਹੱਤਵਪੂਰਨ ਹੈ। 1 ਜਨਵਰੀ 1942 ਨੂੰ ਹੋਮ ਸੈਕਟਰੀ ਸਰਦਾਰ ਫਤਿਹ ਸਿੰਘ ਨੇ ਫਰੀਦਕੋਟ ਵਿਖੇ ਕਾਲਜ ਖੋਲ੍ਹਣ ਬਾਰੇ ਕਾਗਜ਼ਾਤ ਚੀਫ ਸੈਕਟਰੀ ਨੂੰ ਭੇਜੇ। ਚੀਫ ਸੈਕਟਰੀ ਨੇ ਪੁੱਛਿਆ ਕਿ ਕਾਲਜ ਇੰਟਰਮੀਡੀਏਟ ਪੱਧਰ ਦਾ ਹੋਵੇ ਜਾਂ ਡਿਗਰੀ ਪੱਧਰ ਦਾ। ਡਿਗਰੀ ਕਾਲਜ ਲਈ ਤੁਰੰਤ ਇੱਕ ਨਵੀਂ ਇਮਾਰਤ ਦੀ ਲੋੜ ਪਈ। ਇਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਕਾਲਜ ਦੀ ਮੌਜੂਦਾ ਕੇਂਦਰੀ ਇਮਾਰਤ ਅਸਲ ਵਿੱਚ ਬਲਜਿੰਦਰਾ ਹਾਈ ਸਕੂਲ ਵਿੱਚ ਉਸਾਰੀ ਗਈ। ਇਸ ਲਈ ਫਤਿਹ ਸਿੰਘ ਨੇ ਸਲਾਹ ਦਿੱਤੀ ਕਿ ਪਹਿਲਾਂ ਇੰਟਰਮੀਡੀਏਟ ਕਾਲਜ ਖੋਲ੍ਹਣਾ ਹੀ ਠੀਕ ਰਹੇਗਾ। ਜੇਕਰ ਇਹ 2 ਸਾਲ ਸਫਲਤਾਪੂਰਵਕ ਚੱਲਦਾ ਰਿਹਾ ਤਾਂ ਇਸ ਨੂੰ ਡਿਗਰੀ ਕਾਲਜ ਬਣਾ ਦਿੱਤਾ ਜਾਵੇਗਾ। ਇੰਟਰਮੀਡੀਏਟ ਕਾਲਜ ਦੇ ਖਰਚੇ ਦਾ ਅਸੈਸਮੈਂਟ ਜਿਹੜਾ ਸੀ ਉਹ 13,336 ਰੁਪਏ ਸੀ ਅਤੇ ਆਮਦਨ ਜਿਹੜੀ ਸੀਗੀ ਉਹ ਸਾਲਾਨਾ 5,337 ਰੁਪਏ ਹੋਣ ਦੀ ਸੰਭਾਵਨਾ ਸੀ। 17 ਜਨਵਰੀ ਨੂੰ ਚੀਫ ਸੈਕਟਰੀ ਨੇ ਇਸ ਨੂੰ ਇੰਡੋਰਸਮੈਂਟ ਲਾ ਕੇ ਫਰੀਦਕੋਟ ਦੇ ਬਿਲਕੁਲ ਨੇੜੇ ਫਿਰੋਜ਼ਪੁਰ ਅਤੇ ਮੋਗੇ ਵਿੱਚ ਪਹਿਲਾ ਕਾਲਜ ਹੋਣ ਕਰਕੇ ਫਰੀਦਕੋਟ ਵਿਖੇ ਕਾਲਜ ਚੱਲਣ ਦਾ ਸੰਕੋਪ ਬਹੁਤ ਹੀ ਸੀਮਿਤ ਹੈ, ਇਹ ਪ੍ਰਸਤਾਵ ਜ਼ਾਹਰ ਕੀਤਾ। ਇਸ ਨੂੰ ਇਜਲਾਸ ਖਾਸ ਵਿੱਚ ਰਾਜਾ ਹਰਇੰਦਰ ਕੋਲ ਪੇਸ਼ ਕੀਤਾ ਗਿਆ।
22 ਜਨਵਰੀ ਨੂੰ ਅਜਲਾਸ ਵਿੱਚ ਇਸ ਯੋਜਨਾ ਨੂੰ ਮਨਜ਼ੂਰੀ ਮਿਲ ਗਈ। 28 ਜਨਵਰੀ ਨੂੰ ਹੋਮ ਸੈਕਟਰੀ ਨੇ ਇੰਸਪੈਕਟਰ ਆਫ ਸਕੂਲਜ਼ ਨੂੰ ਲਿਖ ਕੇ ਭੇਜ ਦਿੱਤਾ ਕਿ ਕਾਲਜ ਇੰਟਰਮੀਡੀਏਟ ਤੀਕ ਹੀ ਹੋਣਾ ਚਾਹੀਦਾ ਹੈ। ਇਹ ਬਲਜਿੰਦਰਾ ਹਾਈ ਸਕੂਲ ਦੀ ਇਮਾਰਤ ਵਿੱਚ ਹੀ ਚਲਾਇਆ ਜਾਣਾ ਚਾਹੀਦਾ ਹੈ। 9ਵੀਂ ਅਤੇ 10ਵੀਂ ਜਮਾਤ ਕਾਲਜ ਨਾਲ ਜੁੜਨੀ ਸੀ। ਇਸ ਯੋਜਨਾ ਸੰਬੰਧੀ ਬਹੁਤ ਜ਼ਰੂਰੀ ਕਾਗਜ਼ਾਤ ਯੂਨੀਵਰਸਿਟੀ ਨੂੰ ਭੇਜਣ ਦੀ ਹਦਾਇਤ ਵੀ ਕੀਤੀ ਗਈ। ਇਸ ਸਮੇਂ ਸ਼ਾਇਦ ਲਾਲਾ ਮੋਹਨ ਲਾਲ MA MCBT ਰਿਟਾਇਰ ਆਫ ਸਕੂਲਜ਼ ਸੀ, ਜਿਸ ਨੂੰ 30 ਜਨਵਰੀ 1942 ਤੋਂ 150 ਰੁਪਏ ਪ੍ਰਤੀ ਮਹੀਨੇ ਦੀ ਤਨਖਾਹ ਤੇ ਕਾਲਜ ਦਾ ਪਹਿਲਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਕਾਲਜ ਦਾ ਜਿਹੜਾ ਕੰਮਕਾਜ ਸੀ ਸ਼ੁਰੂ ਕਰਨ ਲਈ ਪ੍ਰਿੰਸੀਪਲ, ਕਲਰਕ, ਲਾਇਬ੍ਰੇਰੀਅਨ, ਚਪੜਾਸੀ ਦੀਆਂ ਪੋਸਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੈਥੇਮੈਟਿਕਸ, ਇਕਨੋਮਿਕਸ, ਇੰਗਲਿਸ਼ ਦੇ ਲੈਕਚਰਰ ਦੀ ਵੀ ਮਨਜ਼ੂਰੀ 100 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ। ਫਾਰਸੀ ਅਤੇ ਉਰਦੂ ਦੇ ਲੈਕਚਰਰ ਨੂੰ 60 ਰੁਪਏ ਪ੍ਰਤੀ ਮਹੀਨਾ, ਪੰਜਾਬੀ ਦੇ ਲੈਕਚਰਰ ਨੂੰ 50 ਰੁਪਏ, ਹਿਸਟਰੀ, ਫਿਲਾਸਫੀ, ਕੈਮਿਸਟਰੀ, ਫਿਜ਼ਿਕਸ ਲੈਕਚਰਰ ਦੀ ਹਾਲ ਦੀ ਘੜੀ ਕੋਈ ਲੋੜ ਨਹੀਂ ਸੀ। ਕਲਰਕ ਅਤੇ ਲਾਇਬ੍ਰੇਰੀਅਨ ਨੂੰ 30-2-40 ਦੇ ਸਕੇਲ ਵਿੱਚ ਰੱਖਿਆ ਗਿਆ। ਚਪੜਾਸੀ, ਹੋਸਟਲ, ਰਸੋਈਆ, ਪਾਣੀ ਭਰਨ ਵਾਲਾ, ਕਹਾਰ, ਚੌਕੀਦਾਰ, ਵਾਟਰਮੈਨ, ਸਵੀਪਰ ਸਾਰੇ 11 ਰੁਪਏ ਪ੍ਰਤੀ ਮਹੀਨੇ ਤੇ ਭਰਤੀ ਕੀਤੇ ਗਏ। ਸਾਰੇ ਸਟਾਫ ਦੀ ਤਨਖਾਹ ਲਗਭਗ ਇੱਕ ਮਹੀਨੇ ਦੀ 697 ਰੁਪਏ ਬਣਦੀ ਸੀ। ਸ਼ੁਰੂ ਤੋਂ ਹੀ ਕਾਲਜ ਦਾ ਬਜਟ ਸਕਾਲਰਸ਼ਿਪਸ ਲਈ 480 ਰੁਪਏ ਦਾ, ਇਨਾਮਾਂ ਲਈ ਅਤੇ 250 ਰੁਪਏ ਸਾਲਾਨਾ ਵੱਖਰੇ ਰੱਖੇ ਗਏ। ਪ੍ਰਿੰਸੀਪਲ ਵੱਲੋਂ ਇਹ ਤਜਵੀਜ਼ ਰੱਖੀ ਗਈ ਕਿ ਕਾਲਜ ਦਾ ਨਾਮ ਬਲਜਿੰਦਰਾ ਕਾਲਜ ਰੱਖਿਆ ਜਾਵੇ। 23 ਮਾਰਚ ਨੂੰ ਅਜਲਾਸ ਖਾਸ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਤੇ ਰਾਜੇ ਨੇ ਇਸ ਦਾ ਨਾਮ ਬਦਲ ਕੇ ਬਲਜਿੰਦਰਾ ਕਾਲਜ ਰੱਖ ਦਿੱਤਾ। 6 ਮਾਰਚ ਨੂੰ ਪ੍ਰਿੰਸੀਪਲ ਨੇ ਇੱਕ ਹੋਰ ਤਜਵੀਜ਼ ਰੱਖੀ ਕਿ ਬਲਜਿੰਦਰਾ ਕਾਲਜ ਨਾਲ ਹਾਈ ਕਲਾਸਾਂ 9ਵੀਂ ਅਤੇ 10ਵੀਂ ਅਗਲੇ ਸਾਲ ਤੋਂ ਯਾਨੀ ਕਿ ਵਿਸਾਖ 99 ਤੋਂ ਜੋੜੀਆਂ ਜਾਣ। ਕਾਲਜ ਦੀਆਂ ਕਲਾਸਾਂ ਦਾ ਸੁਚਾਰੂ ਰੂਪ ਚਲਾਉਣ ਲਈ ਇੱਕ ਹੋਰ ਵੀ ਮੰਗ ਕੀਤੀ ਗਈ ਕਿ ਲੈਕਚਰਰ ਦਾ ਇਲਾਵਾ ਵਿਸਾਖ 99 ਤੋਂ ਸਕੂਲ ਦੇ ਹੈੱਡਮਾਸਟਰ ਗੁਲਾਮ ਨਬੀ ਅਤੇ ਸੈਕੰਡ ਮਾਸਟਰ ਲਾਲਾ ਅਮਰਨਾਥ ਅਤੇ ਵੈਰਕੂਲਰ ਮਾਸਟਰ ਫਜ਼ਲ ਅਹਿਮਦ, ਸੀਨੀਅਰ ਜਨਰਲ ਨਾਲੇਜ ਟੀਚਰ ਲਾਲਾ ਦੁਰਗਾ ਦਾਸ ਅਤੇ ਡਰਾਇੰਗ ਮਾਸਟਰ ਸੋਹਣ ਸਿੰਘ ਅਤੇ ਓਰੀਐਂਟਲ ਟੀਚਰ ਸਾਧੂ ਸਿੰਘ ਨੂੰ ਕਾਲਜ ਨਾਲ ਜੋੜਿਆ ਜਾਵੇ। 23 ਮਾਰਚ ਦੇ ਦਿਨ ਅਜਲਾਸ ਖਾਸ ਵਿੱਚ ਇਸ ਨੂੰ ਵੀ ਮਨਜ਼ੂਰੀ ਮਿਲ ਗਈ। ਲੈਕਚਰਰਾਂ ਨੂੰ ਛੁੱਟੀਆਂ ਅਤੇ ਤਨਖਾਹਾਂ। ਕਾਲਜ ਦੇ ਇੰਟਰਮੀਡੀਏਟ ਹੋਣ ਦੇ ਸਮੇਂ ਪਹਿਲਾਂ ਸਟਾਫ ਨੂੰ 2 ਮਹੀਨੇ ਦੀ ਛੁੱਟੀਆਂ ਦੀ ਤਨਖਾਹ ਛੁੱਟੀਆਂ ਤੋਂ ਬਾਅਦ ਵਿੱਚ ਦਿੱਤੀ ਜਾਂਦੀ ਸੀ ਅਤੇ ਐਜੂਕੇਸ਼ਨ ਕੋਡ ਮੁਤਾਬਕ ਸਿਰਫ ਉਹਨਾਂ ਅਧਿਆਪਕਾਂ ਨੂੰ ਹੀ 2 ਮਹੀਨੇ ਦੀ ਛੁੱਟੀ ਅਤੇ ਤਨਖਾਹ ਮਿਲਦੀ ਸੀ ਜੋ ਇਹਨਾਂ ਛੁੱਟੀਆਂ ਤੋਂ ਪਹਿਲਾਂ ਘੱਟੋ ਘੱਟ ਲਗਾਤਾਰ 8 ਮਹੀਨੇ ਕੰਮ ਕਰ ਚੁੱਕੇ ਹੋਣ। ਪਰ ਕਾਲਜ ਦੇ ਡਿਗਰੀ ਬਣ ਜਾਣ ਤੇ ਇਹ ਛੁੱਟੀਆਂ ਦਾ ਪੀਰੀਅਡ 3 ਮਹੀਨੇ ਦਾ ਕਰ ਦਿੱਤਾ ਗਿਆ। ਪ੍ਰਿੰਸੀਪਲ ਨੇ ਪਟਿਆਲਾ ਅਤੇ ਮਲੇਰਕੋਟਲਾ ਅਤੇ ਕਪੂਰਥਲਾ ਦੇ ਕਾਲਜਾਂ ਦਾ ਹਵਾਲਾ ਦੇ ਕੇ ਸੁਝਾਅ ਦਿੱਤਾ ਕਿ ਲੈਕਚਰਰ ਨੂੰ ਛੁੱਟੀਆਂ ਦੌਰਾਨ ਵੀ ਇਹ ਤਨਖਾਹ ਹਰ ਮਹੀਨੇ ਦਿੱਤੀ ਜਾਇਆ ਕਰੇ, ਕਿਉਂਕਿ ਤੀਸਰੇ ਮਹੀਨੇ ਦੀ ਤਨਖਾਹ ਤਾਂ ਛੁੱਟੀਆਂ ਦੇ ਬਾਅਦ ਕਾਲਜ ਖੁੱਲ੍ਹਣ ਤੇ ਹੀ ਮਿਲਣੀ ਸੀ। ਰਿਆਸਤ ਨੂੰ ਕਿਸੇ ਤਰ੍ਹਾਂ ਦਾ ਕੋਈ ਆਰਥਿਕ ਹਾਨੀ ਨਾ ਹੋਣ ਦਾ ਖਾਸਤਾ ਸੀ। ਗੱਲ ਕਰਦੇ ਹਾਂ ਜੀ ਫੀਸ ਦੀ। ਇਸ ਦਾ ਸਾਨੂੰ ਇੱਕ ਹੋਰ ਹਵਾਲਾ ਮਿਲਦਾ ਹੈ ਜਿਸ ਮੁਤਾਬਕ ਡਿਗਰੀ ਕਾਲਜ ਦੀ ਫੀਸ 7 ਰੁਪਏ ਮਹੀਨਾ ਸੀ। ਆਮ ਚੀਜ਼ਾਂ ਦੇ ਭਾਅ ਦੀ ਗੱਲ ਕਰਦੇ ਹਾਂ। ਕਾਲਜ ਦੇ ਖਰਚੇ ਦੀ ਮਨਜ਼ੂਰੀ ਲਈ ਪੇਸ਼ ਕਾਗਜ਼ਾਤ ਤੋਂ ਸਾਨੂੰ ਉਸ ਸਮੇਂ ਦੀਆਂ ਆਮ ਵਰਤੋਂ ਦੀਆਂ ਚੀਜ਼ਾਂ 1942 ਦੇ ਸ਼ੁਰੂ ਦੇ ਭਾਅ ਪਤਾ ਲੱਗਦੇ ਹਨ। ਲੈਕਚਰਰ ਨੂੰ 100 ਰੁਪਏ ਮਹੀਨਾ ਅਤੇ ਪ੍ਰਿੰਸੀਪਲ ਨੂੰ 150 ਰੁਪਏ ਮਹੀਨਾ ਤਨਖਾਹ ਮਿਲਦੀ ਸੀ। ਉਦੋਂ ਆਮ ਚੀਜ਼ਾਂ ਦੇ ਭਾਅ ਇਹ ਸਨ। ਪ੍ਰਿੰਸੀਪਲ ਦੇ ਦਫ਼ਤਰ ਲਈ ਮੇਜ਼ 35 ਰੁਪਏ ਦਾ, ਕੁਰਸੀ 6 ਰੁਪਏ, 10 ਆਨੇ, ਮੂਵਿੰਗ ਚੇਅਰ 15 ਰੁਪਏ, ਕਲੌਕ 60 ਰੁਪਏ, ਬੁੱਕ ਸ਼ੈਲਫ 5 ਰੁਪਏ, ਦਰੀ 60 ਰੁਪਏ, ਲਾਇਬ੍ਰੇਰੀ ਅਲਮਾਰੀ 40 ਰੁਪਏ, ਹੋਸਟਲ ਅਤੇ ਮੰਜੀ 4 ਰੁਪਏ, ਮੇਜ਼ 4 ਰੁਪਏ, ਮੈਸ ਹਾਲ ਅਤੇ ਕਿਚਨ ਲਈ ਵੱਡਾ ਮੇਜ਼ 25 ਰੁਪਏ, ਪਲਾਈਵੁੱਡ ਕੁਰਸੀ 3 ਰੁਪਏ, ਹਮਾਮ 5 ਰੁਪਏ, ਥਾਲੀ 2 ਰੁਪਏ, ਗਲਾਸ 12 ਆਨੇ, ਕੌਲੀ 4 ਆਨੇ, ਜੱਗ 4 ਰੁਪਏ, ਪਰਾਤ 8 ਰੁਪਏ, ਬਾਲਟੀ 2 ਰੁਪਏ ਅਤੇ ਕੁਹਾੜੀ 5 ਰੁਪਏ ਸੀ। ਵਿਦਿਆਰਥੀਆਂ ਲਈ ਰੇਡੀਓ ਦਾ ਖਰੀਦਣਾ। ਕਾਲਜ ਪ੍ਰਿੰਸੀਪਲ ਨੇ 3 ਮਾਰਚ 1953 ਨੂੰ ਡਾਇਰੈਕਟਰ ਐਜੂਕੇਸ਼ਨ ਪੈਪਸੂ ਨਾਭਾ ਨੂੰ ਲਿਖਿਆ ਕਿ ਕਾਲਜ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਰੈਜ਼ੀਡੈਂਟ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਮਨੋਰੰਜਨ ਦੇ ਲਈ ਰੇਡੀਓ ਦੀ ਤੁਰੰਤ ਲੋੜ ਹੈ। ਇੱਕ ਫਿਲਿਪਸ ਫਲੈਟਾ ਰੇਡੀਓ ਖਰੀਦਣ ਲਈ ਲਿਖਿਆ ਗਿਆ। ਨਾਲ ਹੀ ਕੋਟੇਸ਼ਨਾਂ ਨੱਥੀ ਕੀਤੀਆਂ ਗਈਆਂ। ਇਹ ਕੋਟੇਸ਼ਨਾਂ ਫਰੀਦਕੋਟ ਦੇ 3 ਦੁਕਾਨਦਾਰ ਮਦਨ ਸਟੋਰੇਜ, ਜੈਨ ਸਟੋਰੇਜ ਰੇਡੀਓਜ਼ ਅਤੇ BK ਰੇਡੀਓਜ਼ ਵੱਲੋਂ ਭੇਜੀਆਂ ਗਈਆਂ ਹਨ। ਘੱਟੋ ਘੱਟ ਕੀਮਤ ਰੇਡੀਓ ਦੀ 240 ਰੁਪਏ ਕੋਟ ਕੀਤੀ ਗਈ।
ਰਿਕਾਰਡ ਅਤੇ ਐਡੀਟਿੰਗ। ਕਾਲਜ ਦੇ ਸਾਰੇ ਹਿਸਾਬ ਕਿਤਾਬ ਦੀ ਐਡੀਟਿੰਗ ਕਿਸੇ ਬਰੀਕੀ ਨਾਲ ਕੀਤੀ ਜਾਂਦੀ ਸੀ। ਇਸ ਦੀ ਇੱਕ ਉਦਾਹਰਨ ਇਸ ਫਾਈਲ ਵਿੱਚ ਮੌਜੂਦ ਹੈ। ਪ੍ਰਿੰਸੀਪਲ ਨੇ ਜੂਨ 1947 ਨੂੰ ਰੈਵਨਿਊ ਸੈਕਟਰੀ ਨੂੰ ਸੁਝਾਅ ਭੇਜਿਆ ਕਿ ਇਜਲਾਸ-ਏ ਖਾਸ ਵਿੱਚ 1 ਵਿਸਾਖ 2004 ਤੋਂ ਲੈਕਚਰਰ ਅੰਗਰੇਜ਼ੀ ਨੂੰ ਡੀਨ ਆਰਟਸਟ ਫੈਕਲਟੀ, ਲੈਕਚਰਰ ਬਾਇਓਲੋਜੀ ਨੂੰ ਡੀਨ ਸਾਇੰਸ ਫੈਕਲਟੀ ਅਤੇ ਵਾਈਸ ਪ੍ਰਿੰਸੀਪਲ ਇੰਚਾਰਜ ਬੀਟੀ ਕਲਾਸ ਨੂੰ ਡੀਨ ਟੀਚਿੰਗ ਨਿਯੁਕਤ ਕਰਨ ਦੀ ਅਤੇ ਕਾਲਜ ਵਿੱਚ ਕੰਮ ਕਰਦੇ ਫਸਟ ਕਲਾਸ ਦੇ ਫਸਟ ਲੈਕਚਰਰ ਨੂੰ ₹50 ਮਹੀਨਾ ਦੀ ਤਰੱਕੀ ਦੇਣ ਦੀ ਮਨਜ਼ੂਰੀ ਲੈ ਲਈ ਜਾਵੇ। 24 ਜੂਨ 1947 ਨੂੰ ਅਜਲਾਸ-ਏ ਖਾਸ ਵਿੱਚ ਇਹ ਪਾਸ ਕਰ ਦਿੱਤਾ ਗਿਆ। ਪ੍ਰਿੰਸੀਪਲ ਨੇ ਇਸ ਮੁਤਾਬਕ ਤਨਖਾਹਾਂ ਦੇ ਦਿੱਤੀਆਂ। ਸਾਲ ਦੇ ਆਖਰ ਵਿੱਚ ਆਡਿਟ ਬ੍ਰਾਂਚ ਨੇ ਆਬਜੈਕਸ਼ਨ ਲਾਇਆ ਕਿ ਇਜਲਾਸ-ਏ ਖਾਸ ਦੇ ਹੁਕਮ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਤਰੱਕੀਆਂ 1 ਵਿਸਾਖ ਤੋਂ ਦਿੱਤੀਆਂ ਗਈਆਂ ਹਨ। ਇਸ ਲਈ ਇਹ ਹੁਕਮ ਪਾਸ ਕਰਨ ਦੀ ਮਿਤੀ 24 ਜੂਨ 1947 ਤੋਂ ਲਾਗੂ ਕੀਤੀਆਂ ਜਾਣੀਆਂ ਸਨ। ਕਾਰਜਕਾਰੀ ਕੌਂਸਲ ਨੇ 8 ਦਸੰਬਰ ਨੂੰ ਦੁਬਾਰਾ ਇਹ ਪਾਸ ਕੀਤਾ ਕਿ ਉਹ ਆਰਡਰ 1 ਵਿਸਾਖ ਤੋਂ ਲਾਗੂ ਹਨ। ਬਲਜਿੰਦਰਾ ਕਾਲਜ ਬਾਰੇ ਯੂਨੀਵਰਸਿਟੀ ਆਫ ਪੰਜਾਬ ਲਾਹੌਰ ਨੇ 1943 ਤੋਂ 44 ਦੇ ਕੈਲੰਡਰ ਵਿੱਚ ਦਿੱਤਾ ਵੇਰਵਾ, ਜੋ ਕਿ ਅੰਗਰੇਜ਼ੀ ਵਿੱਚ ਮੌਜੂਦ ਹੈ। ਫਰੀਦਕੋਟ ਵਿਖੇ ਲੰਮੇ ਅਰਸੇ ਤੋਂ ਲੋੜ ਮਹਿਸੂਸ ਕਰਦੇ ਹੋਏ ਬਲਜਿੰਦਰਾ ਕਾਲਜ 1942 ਵਿੱਚ ਸ਼ੁਰੂ ਕਰ ਦਿੱਤਾ। ਇਸ ਦਾ ਮੁੱਢ ਦਾ ਕਾਰਨ ਆਪਣੀ ਪਰਜਾ ਦੀ ਵਿੱਦਿਅਕ ਤਰੱਕੀ ਲਈ ਕੈਪਟਨ ਹਿਜ ਹਾਈਨਸ ਰਾਜਾ ਸਰ ਹਰਇੰਦਰ ਸਿੰਘ ਬਰਾੜ ਬੰਸ ਬਹਾਦਰ KCSI ਦੀ ਡੂੰਘੀ ਇੱਛਾ ਹੈ। ਇਹ ਕਾਲਜ ਹਿਜ ਲੇਟ ਹਾਈਨਸ ਮੇਜਰ ਮਹਾਰਾਜਾ ਬ੍ਰਿਜਿੰਦਰ ਸਿੰਘ ਬਰਾੜ ਬੰਸ਼ ਬਹਾਦਰ ਰਾਹੀਂ 1912 ਵਿੱਚ ਸਥਾਪਿਤ ਬਲਜਿੰਦਰਾ ਹਾਈ ਸਕੂਲ ਐਕਸੀਟੇਸ਼ਨ ਹੈ। ਇਹ ਯੂਨੀਵਰਸਿਟੀ ਆਫ ਦਾ ਪੰਜਾਬ ਨਾਲ ਐਫਲੀਏਟਿਡ 4 ਸਾਲਾ ਅਦਾਰਾ ਹੈ ਅਤੇ ਵਿਦਿਆਰਥੀਆਂ ਨੂੰ ਇੰਟਰਮੀਡੀਏਟ ਪ੍ਰੀਖਿਆ ਸਾਇੰਸ, ਮੈਡੀਕਲ, ਨਾਨ ਮੈਡੀਕਲ ਗਰੁੱਪਸ ਲਈ ਅੰਗਰੇਜ਼ੀ, ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ, ਹਿਸਟਰੀ, ਫਿਲਾਸਫੀ, ਇਕਨੋਮਿਕਸ, ਫਾਰਸੀ, ਪੰਜਾਬੀ ਅਤੇ ਉਰਦੂ ਲਈ ਤਿਆਰ ਕਰਦਾ ਹੈ। ਕਾਲਜ ਵਿਸ਼ਾਲ ਪ੍ਰਭਾਵਸ਼ਾਲੀ ਇਮਾਰਤ ਹੈ ਜੋ ਘਾਹਦਾਰ ਖੇਡਣ ਦੇ ਮੈਦਾਨਾਂ ਅਤੇ ਲਾਅਨਾਂ ਨਾਲ ਘਿਰੀ ਹੋਈ ਹੈ, ਜਿੱਥੇ ਬਕਾਇਦਾ ਕਲੱਬਾਂ ਦੇ ਪ੍ਰੈਜ਼ੀਡੈਂਟ, ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਅਤੇ ਸੁਪਰਵਾਈਜ਼ਰ ਵੀ ਅਨੇਕਾਂ ਖੇਡਾਂ ਖੇਡੀਆਂ ਜਾਂਦੀਆਂ ਹਨ। ਇੱਕ ਓਪਨ ਏਅਰ ਜਿਮਨੇਜ਼ੀਅਮ ਦੀ ਉਸਾਰੀ ਅਧੀਨ ਹੈ। ਕਾਲਜ ਨਾਲ ਜੁੜੀਆਂ ਹੋਸਟਲ ਬਿਜਲੀ ਨਿਯੁਕਤ ਹੈ। 70 ਵਿਦਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਦਾ ਹੈ। ਇਸ ਦੇ ਇੱਕ ਸਿਰੇ ਤੇ ਪ੍ਰੇਅਰ ਹਾਲ ਅਤੇ ਇੱਕ ਰੈਜ਼ੀਡੈਂਟ ਸੁਪਰੀਡੈਂਟ ਦਾ ਚਾਰਜ ਵਿੱਚ ਹੈ, ਜੋ ਅਧਿਆਪਕਾਂ ਦੇ ਸਟਾਫ ਦਾ ਮੈਂਬਰ ਵੀ ਹੈ। ਕਾਲਜ ਲਾਇਬ੍ਰੇਰੀ ਲਗਭਗ ਸਾਰੇ ਵਿਸ਼ਿਆਂ ਤੇ ਆਧੁਨਿਕ ਕਿਤਾਬਾਂ ਅਤੇ ਵੱਡੀ ਗਿਣਤੀ ਵਿੱਚ ਰਿਫਰੈਸ਼ ਕਿਤਾਬਾਂ ਨਾਲ ਯੁਕਤ ਹੈ। ਰੀਡਿੰਗ ਰੂਮ ਅਖਬਾਰਾਂ ਅਤੇ ਮੈਗਜ਼ੀਨਾਂ ਨਾਲ ਭਰਪੂਰ ਹੈ। ਸਾਇੰਸ ਦੇ ਵਿਦਿਆਰਥੀਆਂ ਦੀ ਵਰਤੋਂ ਲਈ ਭਰਪੂਰ ਸਮਾਨ-ਯੁਕਤ ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਲੈਬਾਰਟਰੀਆਂ ਹਨ। ਕਾਲਜ ਦਾ 40 ਏਕੜ ਦਾ ਖੇਤੀਬਾੜੀ ਫਾਰਮ ਹੈ, ਜਿੱਥੇ ਵਿਦਿਆਰਥੀਆਂ ਨੂੰ ਸ਼ੌਕੀਆ ਖੇਤੀਬਾੜੀ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਕਾਲਜ ਵਿੱਚ ਸਰਕਾਰੀ, ਯੂਨੀਵਰਸਿਟੀ, ਮਿਲਟਰੀ ਅਤੇ ਹੋਰ ਵਜ਼ੀਫੇ ਉਪਲਬਧ ਹਨ। ਕਾਲਜ ਦੇ ਕਾਬਲ ਵਿਦਿਆਰਥੀਆਂ ਨੂੰ ਹਰ ਵਰ੍ਹੇ ਕੁੱਲ ₹480 ਦੇ 6 ਸਟੇਟ ਵਜ਼ੀਫੇ ਦਿੱਤੇ ਜਾਂਦੇ ਹਨ। ਗਰੀਬ ਅਤੇ ਕਾਬਲ ਵਿਦਿਆਰਥੀ ਨੂੰ ਹਰ ਹਾਈਨਸ ਮਹਾਰਾਣੀ ਮਹਿੰਦਰ ਕੌਰ ਸਾਹਿਬਾ ਦੇ ₹8 ਮਹੀਨੇ ਦੇ 2 ਵਜ਼ੀਫੇ ਵੀ ਮਨਜ਼ੂਰ ਕੀਤੇ ਗਏ ਹਨ। 31 ਮਾਰਚ 1943 ਦੇ ਦਿਨ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਇਸ ਤਰ੍ਹਾਂ ਸੀ: ਫਸਟ ਈਅਰ 'ਚ 41, ਸੈਕੰਡ ਈਅਰ 'ਚ ਕੋਈ ਵੀ ਵਾਧਾ ਨਹੀਂ ਹੋਇਆ ਅਤੇ ਕੁੱਲ 41 ਰਹੇ। ਗੋਪੀ ਚੰਦ MA ਇਸ ਦਾ ਲੈਕਚਰਰ ਸੀ। ਅੱਗੇ ਕੁਝ ਅਧਿਆਪਕਾਂ ਦੇ ਨਾਮ ਲਿਖੇ ਗਏ ਹਨ ਜੋ ਉਹਨਾਂ ਸਮਿਆਂ ਦੇ ਵਿੱਚ ਲੈਕਚਰਰ ਰਹੇ ਹਨ, ਜਿਵੇਂ ਫਿਲਾਸਫੀ ਵਿਭਾਗ ਦਾ MR ਪੁਰੀ MA ਉਸਨੇ ਕੀਤੀ ਸੀ ਅੰਗਰੇਜ਼ੀ, ਫਿਲਾਸਫੀ ਅਤੇ ਪੰਜਾਬ ਸਰਕਾਰ ਦੇ ਵੱਲੋਂ ਲੈਕਚਰਰ ਸੀਗਾ। ਇਤਿਹਾਸ ਵਿਭਾਗ ਦੇ ਵਿੱਚ ML ਖੋਸਲਾ MA ਹਿਸਟਰੀ ਸੀਗਾ ਅਤੇ BSc BT ਪੰਜਾਬੀ ਲੈਕਚਰਰ ਸੀਗਾ। ਇਕਨੋਮਿਕਸ ਵਿਭਾਗ 'ਚ ਗੋਪੀ ਚੰਦ MA ਮੈਥ ਅਤੇ ਇਕਨੋਮਿਕਸ ਪੰਜਾਬ ਲੈਕਚਰਰ। FMK ਭੱਟੀ MA ਲੈਕਚਰਰ ਪੰਜਾਬ ਸੀ। ਫਿਜ਼ਿਕਸ ਅਤੇ ਕੈਮਿਸਟਰੀ ਵਿਭਾਗ ਦੇ ਵਿੱਚ ਲੈਕਚਰਰ ਦੀ ਨਿਯੁਕਤੀ ਕੀਤਾ ਜਾਣਾ ਸੀ, ਜੋ ਕਿ ਉਸ ਸਮੇਂ ਹਜੇ ਡਿਲੇ ਹੋ ਗਿਆ ਸੀ। ਬਾਇਓਲੋਜੀ ਵਿਭਾਗ 'ਚ ਗੋਪਾਲ ਚੰਦ ਜਿਹੜਾ ਲੈਕਚਰਰ ਸਨ ਅਤੇ ਡੈਮਾਸਟਰੇਟ ਨਿਯੁਕਤ ਕੀਤਾ ਜਾਣਾ ਸੀਗਾ। ਭਾਸ਼ਾ ਵਿਭਾਗ ਵਿੱਚ ਫਾਰਸੀ ਅਤੇ ਉਰਦੂ DN
ਜੁਲਾਈ 1943 ਵਿੱਚ ਬਾਇਓਲੋਜੀ ਦੀ ਪੜ੍ਹਾਈ ਸ਼ੁਰੂ ਕਰਨ ਲਈ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਗਈ। ਕਾਲਜ ਦੇ ਪਹਿਲੇ ਪ੍ਰਿੰਸੀਪਲ ਅਤੇ ਸਟਾਫ। ਮੋਹਨ ਲਾਲ ਖੋਸਲਾ ਤੋਂ ਬਾਅਦ 1946 ਵਿੱਚ ਪ੍ਰਿੰਸੀਪਲ ਦੇ ਅਹੁਦੇ ਤੇ ਹਰਦਿੱਤ ਸਿੰਘ ਢਿੱਲੋਂ ਦੀ ਨਿਯੁਕਤੀ ਹੋਈ। ਇਸ ਦੇ ਬਾਅਦ ਨਰਿੰਜਨ ਸਿੰਘ 1949 ਤੋਂ 50 ਅਤੇ ਜਸਵੰਤ ਸਿੰਘ 1951 ਤੋਂ 55 ਦੌਰਾਨ ਪ੍ਰਿੰਸੀਪਲ ਰਹੇ। ਕਾਲਜ ਲਈ ਸਭ ਤੋਂ ਲੰਬੇ ਪੁਰਾਣੇ ਲੈਕਚਰਰ ਮੈਥੇਮੈਟਿਕਸ ਗੋਪੀ ਚੰਦ MA ਮੈਥੇਮੈਟਿਕਸ ਅਤੇ ਇਕਨੋਮਿਕਸ ਦੀ ਪੜ੍ਹਾਈ ਕਰਵਾਉਂਦੇ ਰਹੇ। ਇਸ ਤੋਂ ਬਾਅਦ ਲੈਕਚਰਰ ਫਿਜ਼ਿਕਸ ਕਰਮਵੀਰ ਸਿੰਘ ਕੱਕੜ, ਲੈਕਚਰਰ ਕੈਮਿਸਟਰੀ ਕਿਰਪਾਲ ਸਿੰਘ। ਇਹਨਾਂ ਦੇ ਇਲਾਵਾ ਸਾਨੂੰ ਇਹਨਾਂ ਲੈਕਚਰਰ ਦਾ ਨਾਮ ਵੀ ਨਹੀਂ ਪਤਾ ਲੱਗਦਾ ਹੈ। ਸੋਹਣ ਸਿੰਘ ਲੈਕਚਰਰ ਪੰਜਾਬੀ ਡਰਾਇੰਗ, ਪੰਡਿਤ ਦੀਨਾਨਾਥ ਲੈਕਚਰਰ, ਹਰਬੰਸ ਸਿੰਘ ਲੈਕਚਰਰ, ਸਤਨਾਮ ਸਿੰਘ ਲੈਕਚਰਰ, ਸਮਿਡ ਲੈਕਚਰਰ, ਮਿਸ PK ਲੇ ਭਗਤ ਸਿੰਘ ਲੈਕਚਰਰ, ਅਰਜਨ ਸਿੰਘ ਸ਼ਾਂਤੇ ਲੈਕਚਰਰ, ਦਲਜੀਤ ਸਿੰਘ ਲੈਕਚਰਰ, ਕੁਲਦੀਪ ਸਿੰਘ ਲੈਕਚਰਰ, ਕਿਸ਼ਨ ਸਿੰਘ, ਮਿਸ B ਕਾਕੂ ਸਿੰਘ, ਗੁਰਚਰਨ ਸਿੰਘ, ਸਾਧੂ ਸਿੰਘ ਅਤੇ ਇਹਨਾਂ ਦੇ ਇਲਾਵਾ ਸਮਿਡ ਅਤੇ PK ਲੇ ਯੂਰਪੀਅਨ ਲੱਗਦੇ ਹਨ। ਇਹਨਾਂ ਲੈਕਚਰਰਾਂ ਵਿੱਚ ਜੋ ਸਭ ਤੋਂ ਵੱਧ ਗਦਾਵਰੀ ਨਿਕਲੀ ਹੈ ਉਹ ਹਰਬੰਸ ਸਿੰਘ ਦੀ ਹੈ। ਉਹ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਦਾ ਮੁਖੀ ਇਨਸਾਈਕਲੋਪੀਡੀਆ ਆਫ ਸਿਕਸਿਜ਼ਮ ਵਿਭਾਗ ਵੀ ਰਹੇ ਹਨ। ਵਿਸ਼ਵ ਪ੍ਰਸਿੱਧ ਇਨਸਾਈਕਲੋਪੀਡੀਆ ਆਫ ਸਿਕਸਿਜ਼ਮ ਦੀ ਤਰਜ਼ ਤੇ 4 ਜਿਲਦਾਂ ਵਿੱਚ ਇਨਸਾਈਕਲੋਪੀਡੀਆ ਆਫ ਸਿਕਸਿਜ਼ਮ ਸਥਾਪਿਤ ਕੀਤਾ ਗਿਆ। ਇਹਨਾਂ ਲੈਕਚਰਾਂ ਵਿੱਚੋਂ ਜੋ ਬਾਅਦ ਵਿੱਚ ਇਸੇ ਕਾਲਜ ਦੇ ਪ੍ਰਿੰਸੀਪਲ ਵੀ ਬਣੇ ਉਹ ਸਨ ਅਰਜਨ ਸਿੰਘ ਸ਼ਾਂਤੇ। 1960 ਤੋਂ 63 ਦੌਰਾਨ ਉਹਨਾਂ ਨੇ ਇਸ ਕਾਲਜ ਦੇ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਤੇ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਗੁਰਚਰਨ ਸਿੰਘ ਅਤੇ ਭਗਤ ਸਿੰਘ ਪ੍ਰਿੰਸੀਪਲ ਰਹੇ। ਗੁਰਚਰਨ ਸਿੰਘ ਦਾ ਸਮਾਂ ਕਾਲਜ ਦੀ ਸਭ ਤੋਂ ਵੱਧ ਸੱਭਿਆਚਾਰਕ ਗਤੀਵਿਧੀਆਂ ਲਈ ਸੁਨਹਿਰੀ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਪ੍ਰਸਿੱਧ ਗਜ਼ਲ ਗਾਇਕ ਜੋੜੀ ਜਗਜੀਤ ਸਿੰਘ ਚਤਰਾ ਸਿੰਘ ਅਤੇ ਸ਼ਾਸਤਰੀ ਗਾਇਨ ਕਲਾਕਾਰ ਸ਼ਾਂਤੀ ਹੀਰਾਨੰਦ, ਸਰੋਦ ਵਾਦਕ ਉਸਤਾਦ ਅਮਜਦ ਅਲੀ ਖਾਨ ਨੇ ਕਾਲਜ ਵਿੱਚ ਪ੍ਰੋਗਰਾਮ ਵੀ ਦਿੱਤੇ। ਬਾਬਾ ਫਰੀਦ ਸੁਸਾਇਟੀ ਦਾ ਗਠਨ ਵੀ ਉਸ ਨੇ ਹੀ ਕੀਤਾ। ਸ਼੍ਰੋਮਣੀ ਕਲਾਕਾਰਾਂ ਤੋਂ ਗਵਾ ਕੇ ਬਾਬਾ ਫਰੀਦ ਦੀ ਬਾਣੀ ਦਾ ਇੱਕ ਲਾਗ ਪਲੇਇੰਗ ਰਿਕਾਰਡ ਵੀ ਤਿਆਰ ਕਰਵਾਇਆ, ਜਿਸ ਵਿੱਚ ਸ਼ੁਰੂ ਕਰਨ ਤੇ ਕਮੈਂਟਰੀ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਇਤਿਹਾਸਕਾਰ ਖੁਸ਼ਵੰਤ ਸਿੰਘ ਨੇ ਕੀਤੀ। ਪ੍ਰਿੰਸੀਪਲ ਭਗਤ ਸਿੰਘ ਨੂੰ ਉਸ ਦੇ ਅਨੁਸ਼ਾਸਨ ਪਾਬੰਦੀ ਦੀ ਸਪਸ਼ਟ ਸੋਚ ਲਈ ਯਾਦ ਕੀਤਾ ਜਾਂਦਾ ਹੈ। ਕਾਲਜ ਕਲਰਕ ਅਤੇ ਲਾਇਬ੍ਰੇਰੀ ਸਟਾਫ। ਇਹਨਾਂ ਵਿੱਚੋਂ ਸਾਨੂੰ ਸਿਰਫ 2 ਨਾਮ ਹੀ ਮਿਲਦੇ ਹਨ, ਨਾਜਰ ਸਿੰਘ ਕਲਰਕ ਅਤੇ ਲਾਇਬ੍ਰੇਰੀ ਅਸਿਸਟੈਂਟ ਦੇਸਰਾਜ। ਅੱਗੇ ਗੱਲ ਕਰਦੇ ਹਾਂ ਮੀਨੀਅਲ ਸਟਾਫ। ਮੀਨੀਅਲ ਸਟਾਫ ਵਿੱਚੋਂ ਸਾਨੂੰ ਅਨੇਕਾਂ ਨਾਮ ਮਿਲਦੇ ਹਨ, ਜਿਵੇਂ ਕੱਕੂ ਸਾਧੂ ਰਾਮ, ਭੂਰੀਆ ਨੱਥੂ ਰਾਮ, ਸੇਵਾਦਾਰ ਮੰਗਲ ਰਾਮ, ਦਲ ਸਿੰਘ, ਵਾਟਰਮੈਨ ਨਵਾਬ, ਜੋਗਿੰਦਰ ਸਿੰਘ, ਚੌਕੀਦਾਰ ਅਜਮੇਰ ਸਿੰਘ, ਬੁੱਗੜ ਸਿੰਘ, ਸਵੀਪਰ ਗੁਲਜ਼ਾਰ ਸਿੰਘ, ਬੋਦਨ ਕਿਸ਼ਨ ਲਾਲ, ਕੁੱਲੀ ਜਰਨੈਲ ਸਿੰਘ, ਮੋਹਰਦੀਨ ਕਰਮ ਇਲਾਹੀ, ਅਬਦੁੱਲਾ ਮੁਹੰਮਦ ਯੂਸਫ, ਕਿਰਪਾਲ ਸਿੰਘ, ਇਨਾਇਤ ਨੂਰ ਮੁਹੰਮਦ, ਕਹਾਰ ਮੋਦਾ ਸਿੰਘ, ਨਿੱਕੂ ਬਾਲਕਿਸ਼ਨ, ਪੂਰਨ ਤੋਤਾ, ਰੂੜਾ ਮਾਲੀ ਮੁਹੰਮਦ ਸਦੀਕ। ਇਹਨਾਂ ਵਿੱਚੋਂ ਕੱਕੂ ਨੱਥਾ ਰਾਮ ਦਾ ਵਿਸ਼ੇਸ਼ ਨਾਮ ਜ਼ਿਕਰਯੋਗ ਹੈ। ਉਸ ਦੀਆਂ 3 ਬੇਟੀਆਂ ਕ੍ਰਿਸ਼ਨਾ ਸੈਣੀ, ਰੂਪਾ ਸੈਣੀ ਅਤੇ ਪ੍ਰੇਮਾ ਸੈਣੀ ਨੇ ਹਾਕੀ ਦੀਆਂ ਖਿਡਾਰਨਾਂ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮ ਕਮਾਇਆ। ਸਟਾਫ ਦੀਆਂ ਅੱਗੇ ਗੱਲ ਕਰਦੇ ਹਾਂ ਤਨਖਾਹਾਂ ਅਤੇ ਸਕੇਲ ਦੇ ਬਾਰੇ ਵਿੱਚ। ਜਦੋਂ ਕਾਲਜ ਸ਼ੁਰੂ ਕਰਨਾ ਸੀ ਤਾਂ ਤਜਵੀਜ਼ ਕੀਤੀਆਂ ਤਨਖਾਹਾਂ ਇਹ ਸਨ। ਪ੍ਰਿੰਸੀਪਲ 200 ਰੁਪਏ ਪ੍ਰਤੀ ਮਹੀਨਾ, ਲੈਕਚਰਰ ਹਿਸਟਰੀ ਦੀ 150 ਪ੍ਰਤੀ ਮਹੀਨਾ ਅਤੇ ਲੈਕਚਰਰ ਮੈਥੇਮੈਟਿਕਸ, ਇਕਨੋਮਿਕਸ, ਫਿਲਾਸਫੀ, ਕੈਮਿਸਟਰੀ ਅਤੇ ਫਿਜ਼ਿਕਸ ਹਰੇਕ ਨੂੰ 100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ। ਲੈਕਚਰਰ ਫਾਰਸੀ, ਉਰਦੂ, ਪੰਜਾਬੀ, ਫਿਜ਼ਿਕਸ ਇੰਸਟ੍ਰਕਟਰ ਹਰੇਕ ਨੂੰ 60 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ, ਪਰ ਅਸਲ ਵਿੱਚ ਇਹ ਤਨਖਾਹਾਂ ਕੁਝ ਘਟਾ ਕੇ ਇਸ ਤਰ੍ਹਾਂ ਮਨਜ਼ੂਰ ਹੋਈਆਂ। ਪ੍ਰਿੰਸੀਪਲ 150 ਰੁਪਏ ਮਹੀਨਾ, ਲੈਕਚਰਰ ਅਤੇ ਹਰੇਕ ਨੂੰ 100, 10, 150 ਦੇ ਮਹੀਨਾ ਦੇ ਸਕੇਲ 'ਚ ਰੱਖਿਆ ਗਿਆ। ਲੈਕਚਰਰ ਫਾਰਸੀ ਉਰਦੂ ਨੂੰ 60 ਰੁਪਏ ਪ੍ਰਤੀ ਮਹੀਨੇ ਤੇ ਲੈਕਚਰਰ ਪੰਜਾਬੀ 50 ਰੁਪਏ ਪ੍ਰਤੀ ਮਹੀਨਾ ਅਤੇ ਸਟੇਜ ਤੇ ਹਾਲੇ ਲੈਕਚਰਰ ਹਿਸਟਰੀ, ਫਿਲਾਸਫੀ, ਕੈਮਿਸਟਰੀ ਅਤੇ ਫਿਜ਼ਿਕਸ ਇਹਨਾਂ ਦੀ ਲੋੜ ਨਹੀਂ ਸਮਝੀ ਗਈ। ਕਲਰਕ ਅਤੇ ਲਾਇਬ੍ਰੇਰੀਅਨ ਦੋਵਾਂ ਨੂੰ
30/2/40 ਦੇ ਸਕੇਲ ਵਿੱਚ ਰੱਖਿਆ ਗਿਆ ਅਤੇ ਸੇਵਾਦਾਰ, ਰਸੋਈਆ, ਵਾਟਰਮੈਨ, ਕਹਾਰ, ਸਵੀਪਰ ਨੂੰ 11 ਰੁਪਏ ਪ੍ਰਤੀ ਮਹੀਨਾ ਮਿਲਣਾ ਸੀ। ਅਲੱਗ-ਅਲੱਗ ਸਮਿਆਂ ਦੇ ਦੌਰਾਨ ਤਨਖਾਹਾਂ ਦਾ ਜਿਹੜਾ ਸਕੇਲ ਸੀਗਾ ਉਹ ਚੇਂਜ ਹੁੰਦਾ ਰਹਿੰਦਾ ਸੀ। 1944 ਤੱਕ ਕਾਲਜ ਜਿਹੜਾ ਡਿਗਰੀ ਲੈਵਲ ਤੱਕ ਹੋਣ ਜਾਣ 'ਤੇ ਸਤੰਬਰ ਤੋਂ ਬਾਅਦ ਸੀਨੀਅਰ ਲੈਕਚਰਰ ਦੀ ਤਨਖਾਹ 300 ਰੁਪਏ ਪ੍ਰਤੀ ਮਹੀਨੇ ਤੱਕ ਚੱਲ ਗਈ। ਬਾਕੀ ਲੈਕਚਰਰ ਨੂੰ 150 ਅਤੇ 200 ਰੁਪਏ ਜਿਹੜਾ ਤਨਖਾਹ ਦਾ ਮਹੀਨਾ ਦਿੱਤਾ ਜਾਂਦਾ ਸੀ। ਨਵੰਬਰ 1945 ਵਿੱਚ ਕਾਲਜ ਲੈਕਚਰਰ ਅਤੇ ਗਜ਼ਟਡ ਕਲਾਸ 2 ਬਣਾ ਦਿੱਤਾ ਗਿਆ। ਦਸੰਬਰ 1945 ਨੂੰ ਪਾਰਟ ਟਾਈਮ ਲੈਕਚਰਰ ਨੂੰ ਅਲੱਗ ਤਨਖਾਹ ਦਿੱਤੀ ਜਾਂਦੀ ਸੀ। ਨਵੰਬਰ 1946 ਵਿੱਚ ਪ੍ਰਿੰਸੀਪਲ ਨੇ ਦਰਖਾਸਤ ਕੀਤੀ ਕਿ ਚੀਜ਼ਾਂ ਦੀਆਂ ਕੀਮਤਾਂ ਬਹੁਤ ਵੱਧ ਜਾਣ ਕਾਰਨ ਲੈਕਚਰਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ, ਇਸ ਲਈ ਸਾਨੂੰ 1 ਮੱਘਰ 2003 ਤੋਂ ਐਡਵਾਂਸ ਇੰਕਰੀਮੈਂਟ ਦੇ ਕੇ ਉਹਨਾਂ ਦੀ ਤਨਖਾਹ 200 ਰੁਪਏ ਮਹੀਨਾ ਕਰ ਦਿੱਤੀ ਜਾਵੇ। ਇਹ ਸੁਝਾਅ ਵੀ ਮਨਜ਼ੂਰ ਹੋ ਗਿਆ। 1 ਵਿਸਾਖ 2004 ਤੋਂ ਅਧਿਆਪਕਾਂ ਨੂੰ 4 ਕੈਟਾਗਰੀ ਵਿੱਚ ਵੰਡ ਦਿੱਤਾ ਗਿਆ। ਇਹ ਸਨ ਫਰੀਦਕੋਟ ਦੇ ਬਲਜਿੰਦਰਾ ਕਾਲਜ ਦੇ ਕੁਝ ਰੌਚਕ ਤੱਥ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਹਨ ਕਿ ਕਿਸ ਤਰ੍ਹਾਂ ਸਕੂਲ ਦੇ ਵਿੱਚ ਕਲਾਸਾਂ ਦੀ ਸ਼ੁਰੂਆਤ ਹੋਈ, ਕਿਸ ਤਰ੍ਹਾਂ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਅਤੇ ਬਾਅਦ ਵਿੱਚ ਹਾਈ ਲੈਵਲ ਤੱਕ ਸਕੂਲ ਬਣਾਇਆ ਗਿਆ। ਸੋ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਓ। ਮਿਲਦੇ ਹਾਂ ਨਵੇਂ ਵੀਡੀਓ 'ਚ। ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕਸ।